ਸੜੀਆਂ ਜਿਉ ਹੋਵੇ ਸਾਹਿਬ ਸਿਉ ਮੇਲ। ਘਰ ਘਰ ਇਹੋ ਪਹੁੰਚਾ ਸਦੜੇ ਨਿਤ ਪਵਨ। ਸਦਨਹਾਰਾ ਸਿਮਰਿਐ ਨਾਨਕ ਸੇ ਤਿਹ ਆਵਨ। ਘਰ ਘਰ ਇਹੋ ਪਹੁੰਚਾ ਸਦੜੇ ਨਿਤ ਪਵਨ। ਸਦਨਹਾਰਾ ਸਿਮਰਿਐ ਨਾਨਕ ਸੇ ਤਿਹ ਆਵਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਜੁਗੋ ਜੁਗ ਅਟਲ ਤਖਤ ਜਬਰ ਦੇ ਮਾਲਕ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਏਮਾਨ ਸਤ ਸੰਗੀ ਜਨੋ, ਆਓ ਆਪ ਦੀ ਇਕਾਗਰਤਾ ਟਿਕਾ ਦੀ ਦਾਤ ਬਖਸ਼ੋ ਤਾਂ ਜੋ ਆਪਾਂ ਲੜੀਵਾਰ ਸਤਿਗੁਰੂ ਜੀ ਦੀ ਪਾਵਨ ਪਵਿੱਤਰ ਬਾਣੀ ਜੋ ਅੱਜ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ 12 ਅੰਗ ਤੇ ਪਾਵਨ ਬਾਣੀ ਸੋਹਿਲਾ ਸਾਹਿਬ ਦੀ ਸ਼ਸ਼ੋਭਤ ਹੈ। ਇਸ ਪਾਵਨ ਬਾਣੀ ਨੂੰ ਆਪਾਂ ਗੁਰੂ ਕਿਰਪਾ ਦਾ ਸਦਕਾ ਵਿਚਾਰ ਸਕੀਏ। ਭਾਈ ਗੁਰਦਾਸ ਜੀ ਨੇ ਇੱਕ ਸ਼ਬਦ ਵਰਤਿਆ ਗੁਰਬਾਣੀ ਦੇ ਸੰਬੰਧ ਵਿੱਚ। ਉਹਨਾਂ 3 ਉਦਾਹਰਨਾਂ ਦਿੱਤੀਆਂ। ਪਹਿਲਾ ਉਹਨਾਂ ਬਚਨ ਵਰਤਿਆ ਕਿ ਇੱਕ ਆਮ ਬੰਦਾ ਸਮੁੰਦਰ ਤੇ ਨਦੀ ਦੇ ਕੰਢੇ ਚਲਿਆ ਜਾਏ। ਆਮ ਬੰਦਾ ਸਮੁੰਦਰ ਦੇ ਕੰਢੇ ਜਾਏ, ਜਦੋਂ ਉਹ ਵਾਪਸ ਪਰਤਦਾ ਉਹਨੂੰ ਪੁੱਛੋ ਵੀ ਤੂੰ ਗਿਆ ਸਾ ਕੀ ਵੇਖਿਆ, ਤਾਂ ਭਾਈ ਗੁਰਦਾਸ ਜੀ ਕਹਿੰਦੇ ਉਹ ਕਹੇਗਾ ਵੀ ਸਮੁੰਦਰ ਦਾ ਆਕਾਰ ਬੜਾ ਵੱਡਾ ਹੈ। ਜਿੱਥੋਂ ਤੱਕ ਨਿਗਾਹ ਮਾਰੀ, ਦੂਰ ਤੱਕ ਨਜ਼ਰ ਮਾਰੀ, ਉੱਥੋਂ ਤੱਕ ਪਾਣੀ ਨਜ਼ਰ ਆਉਂਦਾ ਸੀ, ਲਹਿਰਾਂ ਵਗਦੀਆਂ ਸਨ। ਇੱਥੋਂ ਤੱਕ ਉਹ ਸ਼ਬਦ ਵਰਤੇਗਾ। ਭਾਈ ਗੁਰਦਾਸ ਕਹਿਣ ਲੱਗੇ ਜਦੋਂ ਕੋਈ ਬੰਦਾ ਸੂਝ ਵਾਲਾ, ਗਿਆਤ ਵਾਲਾ ਜਾਂਦਾ ਹੈ, ਜਿਹਨੂੰ ਸਮੁੰਦਰ ਵਿੱਚ ਡੂੰਘੀ ਚੁੱਭੀ ਮਾਰਨ ਦੀ ਜਾਚ ਹੈ, ਭਾਈ ਗੁਰਦਾਸ ਜੀ ਕਹਿੰਦੇ ਜਦੋਂ ਉਹ ਜਾਏਗਾ ਉਹ ਸਮੁੰਦਰ ਵਿੱਚੋਂ ਕੀਮਤੀ ਰਤਨ, ਕੀਮਤੀ ਮੋਤੀ ਬਾਹਰ ਕੱਢ ਕੇ ਦੁਨੀਆ ਸਾਹਮਣੇ ਪ੍ਰਗਟ ਕਰੇ। ਪਹਿਲਾ ਉਦਾਹਰਨ ਦਿੱਤਾ। ਭਾਈ ਗੁਰਦਾਸ ਜੀ ਨੇ ਦੂਸਰਾ ਵਚਨ ਵਰਤਿਆ, ਕਹਿਣ ਲੱਗੇ ਆਮ ਬੰਦਾ ਜੰਗਲ ਵਿੱਚ ਜਾਏ, ਉਹ ਇਹੀ ਕਹੇਗਾ ਵੀ ਜੰਗਲ ਵਿੱਚ ਗਿਆ ਸਾਂ, ਉੱਥੇ ਕੇਵਲ ਉਜਾੜ ਹੈ, ਰੁੱਖਾਂ ਦੀ ਤਰਤੀਬ ਕੋਈ ਨਹੀਂ। ਸ਼ਬਦ ਹੀ ਵਰਤੇਗਾ ਵੀ ਉੱਥੇ ਉਜਾੜ ਹੈ, ਝਾੜ ਬੂਟੀਆਂ ਨੇ, ਪੈਰ ਪੈਰ ਤੇ ਕੰਡੇ ਵੱਜਦੇ। ਪਰ ਭਾਈ ਗੁਰਦਾਸ ਜੀ ਕਹਿਣ ਲੱਗੇ ਜਦੋਂ ਕੋਈ ਸੂਝਵਾਨ ਬੰਦਾ ਜਾਂਦਾ ਹੈ ਤਾਂ ਉਹਨਾਂ ਜ਼ਿਕਰ ਕਰਕੇ ਕਿਆ ਕਹਿਣ ਲੱਗੇ ਉਸੇ ਜੰਗਲ ਵਿੱਚੋਂ ਸੂਝਵਾਨ ਬੰਦਾ ਸੌਂਦਾ ਚੰਦਨ ਕਪੂਰ ਹੋਰ ਕੀਮਤੀ ਰੁੱਖ ਤੇ ਉਹਨਾਂ ਦੀਆਂ ਜੜੀਆਂ ਬੂਟੀਆਂ ਲੈ ਕੇ ਦਵਾ ਦਾਰੂ ਬਣਾਉਂਦਾ ਹੈ, ਜਿਹਦੇ ਨਾਲ ਬਹੁਤ ਲੋਕਾਂ ਦਾ ਇਲਾਜ ਹੁੰਦਾ ਹੈ। ਭਾਈ ਗੁਰਦਾਸ ਜੀ ਕਹਿਣ ਲੱਗੇ ਸੂਝਵਾਨ ਵਿੱਚ ਬੜਾ ਅੰਤਰ ਹੈ। ਫਿਰ ਭਾਈ ਸਾਹਿਬ ਨੇ ਤੀਸਰਾ ਬਚਨ ਵਰਤਿਆ, ਕਹਿਣ ਲੱਗੇ ਆਮ ਬੰਦਾ
ਜਿਹਨੂੰ ਸਮਝ ਕੋਈ ਨਹੀਂ ਪਹਾੜ ਭੁੱਲ ਜਾਏ, ਉਹ ਇਹੀ ਕਹੇਗਾ ਪਹਾੜਾਂ ਦਾ ਆਕਾਰ ਵੱਡਾ ਹੈ, ਜਿੱਥੋਂ ਤੱਕ ਨਜ਼ਰ ਮਾਰੋ ਇੱਥੋਂ ਤੱਕ ਹੀ ਕਿਉਂ ਮਾਨੋ ਅਸਮਾਨ ਨੂੰ ਛੂੰਹਦੇ ਪਏ ਨੇ, ਉਹਨਾਂ ਦਾ ਆਕਾਰ ਵੱਡਾ ਹੈ। ਪਰ ਭਾਈ ਗੁਰਦਾਸ ਜੀ ਕਹਿਣ ਲੱਗੇ, ਜਦੋਂ ਕੋਈ ਗਿਆਤ ਵਾਲਾ ਸੂਝ ਵਾਲਾ ਜਾਂਦਾ ਹੈ, ਜਿਹੜੇ ਖਨਵਾਰੇ ਨੇ ਪਹਾੜਾਂ ਨੂੰ ਖੋਦਣ ਵਾਲੇ, ਭਾਈ ਸਾਹਿਬ ਕਹਿਣ ਲੱਗੇ ਉਹਨਾਂ ਨੂੰ ਪੁੱਛ ਕੇ ਵੇਖ, ਉਹ ਪਹਾੜਾਂ ਨੂੰ ਖੋਦ ਕੇ ਦੁਨੀਆ ਦੇ ਸਾਹਮਣੇ ਪਹਾੜਾਂ ਵਿੱਚੋਂ ਕੀਮਤੀ ਰਤਨ, ਕੀਮਤੀ ਪਦਾਰਥ ਕੱਢ ਕੇ ਪ੍ਰਗਟ ਕਰਦੇ। ਹੁਣ 3 ਉਦਾਹਰਨਾਂ ਦਿੱਤੀਆਂ ਜੀ। ਚੌਥੀ ਗੱਲ ਬਾਣੀ ਤੇ ਕਹੀ ਭਾਈ ਸਾਹਿਬ ਨੇ, ਮੈਂ ਦੁਹਰਾ ਦੇ, ਪਹਿਲੀ ਗੱਲ ਕਹੀ, ਸਮੁੰਦਰ ਦੇ ਕੰਢੇ ਆਮ ਬੰਦਾ ਜਾਏ, ਉਹਦੇ ਲਈ ਸਮੁੰਦਰ ਦਾ ਆਕਾਰ ਵੱਡਾ ਹੈ, ਪਾਣੀ ਪਾਣੀ ਨਜ਼ਰ ਆਉਂਦਾ, ਲਹਿਰਾਂ ਵਗਦੀਆਂ, ਲੋਕ ਸੈਰ ਸਪਾਟਾ ਕਰ ਰਹੇ ਨੇ, ਪਰ ਸੂਝ ਵਾਲਾ ਜਦੋਂ ਜਾਏ, ਭਾਈ ਗੁਰਦਾਸ ਜੀ ਕਹਿੰਦੇ ਉਹ ਬੰਦਾ ਡੂੰਘੀ ਚੁੱਭੀ ਮਾਰ ਕੇ ਵਿੱਚੋਂ ਕੀਮਤੀ ਰਤਨ ਕੱਢ ਕੇ ਲੈ ਕੇ। ਆਮ ਬੰਦਾ ਜੰਗਲ ਵਿੱਚ ਜਾਏ, ਉਜਾੜ ਕਹੇਗਾ, ਗਿਆਤ ਵਾਲਾ ਉਤੋਂ ਕੀਮਤੀ ਰੁੱਖਾਂ ਦੀ ਪ੍ਰਾਪਤੀ ਕਰਦਾ। ਤੇ ਤੀਸਰਾ ਬਚਨ ਵਰਤਿਆ ਪਹਾੜਾਂ ਤੇ, ਆਮ ਬੰਦਾ ਜਾਏ, ਉਹ ਕਹੇਗਾ ਅਸਮਾਨ ਨੂੰ ਛੂੰਹਦੇ ਨੇ, 4 ਚੁਫੇਰੇ ਪਹਾੜ ਨਜ਼ਰ ਆਉਂਦੇ ਨੇ। ਖਨਵਾਰੇ ਨੇ ਜਿਹੜੇ ਭਾਈ ਗੁਰਦਾਸ ਜੀ ਕਹਿੰਦੇ, ਉਹ ਪਹਾੜਾਂ ਵਿੱਚੋਂ ਖੋਦ ਕੇ, ਪਹਾੜਾਂ ਨੂੰ, ਪੱਥਰਾਂ ਨੂੰ ਤੋੜ ਕੇ ਵਿੱਚੋਂ ਕੀਮਤੀ ਰਤਨ ਕੱਢ ਕੇ ਦੁਨੀਆ ਸਾਹਮਣੇ ਪ੍ਰਗਟ ਕਰਦੇ। 3 ਗੱਲਾਂ ਕਹਿ ਕੇ ਚੌਥੀ ਗੱਲ ਕੀ ਕਹਿਣ ਲੱਗੇ, ਸਿੱਖਾ ਜਿਹੜੀ ਗੁਰਬਾਣੀ ਹੈ ਇਹਦੇ ਵਿੱਚ ਬਹੁਤ ਖਜ਼ਾਨਾ, ਬੜੀ ਬਖਸ਼ਿਸ਼ ਪਈ ਹੈ, ਜੋ ਚਾਹੇ ਇਹਦੇ ਵਿੱਚੋਂ ਤੈਨੂੰ ਪ੍ਰਾਪਤ ਹੋ ਜਾਏ। ਸ਼ਰਤ ਇਹ ਕਿ ਇਸ ਬਾਣੀ ਨੂੰ ਤੈਨੂੰ ਖੋਜਣਾ ਪਏਗਾ, ਇਹਨੂੰ ਪੜ੍ਹਨਾ, ਵਿਚਾਰਨਾ, ਇਹ ਤੇ ਅਮਲ ਕਰਨਾ ਪਏਗਾ। ਭਾਈ ਗੁਰਦਾਸ ਜੀ ਕਹਿਣ ਲੱਗੇ, ਗਿਆਤ ਵਾਲੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚੋਂ ਬਹੁਤ ਬਖਸ਼ਿਸ਼ਾਂ ਨੇ। ਉਹਨਾਂ ਦੇ ਬਚਨ ਨੇ, ਜੈਸੇ ਤੋ ਸਕਲ ਨਿਧ ਪੂਰਨ ਸਮੁੰਦਰ ਵਿਖੈ, ਹੰਸ ਮਰਜੀਵਾ ਨਿਹਚੈ ਪ੍ਰਸਾਦ ਪਾਵਈ। ਜੈਸੇ ਪਰਵਤ ਹੀਰਾ ਮਾਨਕ ਪਾਰਸ ਸਿੱਧ, ਕਨਵਾਰਾ ਖਨ ਜਗ ਵਿਖੈ ਪ੍ਰਗਟਾਵਈ। ਜੈਸੇ ਬਲ ਵਿਖੈ ਚੰਦਨ ਸੌਂਦਾ ਕਪੂਰ, ਸੋਧ ਕੈ ਸੁਭਾਸੀ ਸੁਭਾਸ ਪੈਸਾਵਈ। ਅਖੀਰ ਤੇ ਕਹਿ ਲੱਗੇ, ਤੈਸੇ ਗੁਰਬਾਣੀ ਵਿਖੈ ਸਕਲ ਪਦਾਰਥ ਹੈ, ਜੋਈ ਜੋਈ ਖੋਜੈ ਸੋਈ ਸੋਈ ਨਿਪ ਜਾਵੇ। ਜਿਹੜਾ ਜਿਹੜਾ ਖੋਜਦਾ ਉਹਨੂੰ ਪ੍ਰਾਪਤੀ ਹੁੰਦੀ। ਸਤਿਗੁਰੂ ਦੀ ਬਾਣੀ, ਇਸੇ ਬਾਣੀ ਨੂੰ ਮਹਾਰਾਜ ਨੇ ਕਿਹਾ, ਅੰਮ੍ਰਿਤ ਬਾਣੀ ਹਰ ਹਰ ਤੇਰੀ, ਸੁਣ ਸੁਣ ਹੋਵੇ ਪਰਮ ਗਤ ਮੇਰੀ। ਪਰਮ ਗਤ ਦਾ ਅਰਥ ਉਸ ਬੰਦੇ ਨੂੰ ਉੱਚੀ ਅਵਸਥਾ ਪ੍ਰਾਪਤ ਹੁੰਦੀ। ਮਹਾਰਾਜ ਨੇ ਕੀ ਕਿਹਾ, ਜਲਨ ਬੁਝੀ ਇਹ ਅੰਦਰ ਦੀ ਤਪਸ਼ ਨੂੰ ਮਿਟਾਉਂਦੀ ਹੈ। ਸੀਤਲ ਹੋਏ ਮਨੂਆ ਤਪਸ਼ ਨੂੰ ਮਿਟਾ ਕੇ ਬੰਦੇ ਦੇ ਅੰਦਰ ਠੰਡ ਪੈਦਾ ਕਰਦੀ ਹੈ। ਮਹਾਰਾਜ ਨੇ ਕਿਹਾ, ਸਤਿਗੁਰ का दर्शन पाए। ਅੱਜ ਜੋ ਲੜੀਵਾਰ ਬਾਣੀ ਹੈ, ਆਪਾਂ ਨਿੱਕਾ ਪ੍ਰਤੀ ਵਿਚਾਰ, 16 ਸਾਹਿਬ ਜੀ ਦੀ ਪਾਵਨ ਬਾਣੀ ਗੁਰੂ ਗ੍ਰੰਥ ਸਾਹਿਬ ਜੀ ਦੇ 12 ਅੰਗ ਤੋਂ ਆਰੰਭ ਹੁੰਦੀ। ਆਪ ਜੀ ਨੂੰ ਪਤਾ ਹੈ ਇਹ ਨਿਤਨੇਮ ਦੀ ਬਾਣੀ ਹੈ, ਜੋ ਸਿੱਖ ਰੋਜ਼ਾਨਾ ਸੌਣ ਵੇਲੇ ਨਿਤਨੇਮ ਦੇ ਵਿੱਚ ਇਸ ਪਾਵਨ ਬਾਣੀ ਦਾ ਪਾਠ ਕਰਕੇ ਤੇ ਅਰਦਾਸ ਕਰਕੇ ਆਪਣਾ ਆਰਾਮ ਕਰਦਾ ਹੈ। ਹੁਣ ਕਈ ਵਾਰੀ ਅਸੀਂ ਇਹ ਗੱਲ ਵੀ ਬਾਤਦੇ ਹਾਂ ਵੀ ਨਿਤਨੇਮ ਕਿਉਂ ਜ਼ਰੂਰੀ ਹੈ। ਯਾਦ ਰੱਖੋ, ਜੇ ਸਰੀਰ ਦਾ ਬਾਹਰੀ ਤੌਰ ਤੇ ਖੁਰਾਕ, ਭੋਜਨ, ਇਹਦਾ ਇਸ਼ਨਾਨ ਪਾਨ, ਸਰੀਰ ਦੀ ਸੰਭਾਲ, ਇਹਦੀ ਖੁਰਾਕ ਬਾਹਰੀ ਤੌਰ ਤੇ ਅਤ ਲਾਜ਼ਮੀ ਹੈ, ਤਨ ਦੀ ਖੁਰਾਕ ਜਿਵੇਂ ਲਾਜ਼ਮੀ ਹੈ, ਇਸੇ ਤਰ੍ਹਾਂ ਮਨ ਤੇ ਆਤਮਾ ਦੀ ਖੁਰਾਕ ਪਰਮੇਸ਼ਵਰ ਦੀ ਬਾਣੀ ਨਿਤਨੇਮ ਸਿੱਖ ਲਈ ਲਾਜ਼ਮੀ। ਵੈਸੇ ਤੇ ਇੱਕ ਗਾਥਾ ਇੱਕ ਵਿਦਵਾਨ ਨੇ ਲਿਖੀ ਸੀ, ਚਲੋ ਉਹ ਕੇਵਲ ਸਮਝਣ ਵਾਸਤੇ ਹੈ। ਨਿਤਨੇਮ ਕਿੰਨਾ ਕੁਝ, ਨੇਮ ਕੀ ਹੈ, ਇਹ ਵੀ ਲਾਜ਼ਮੀ ਗੱਲ। ਜਿੱਥੇ ਨੇਮ ਹੈ
ਉੱਥੇ ਗੁਰੂ ਦੀ ਜਦੋਂ ਕਿਰਪਾ ਵਰਤੇ ਉੱਥੇ ਪ੍ਰੇਮ ਬਣਦਾ, ਨੇਮ ਵਿੱਚੋਂ ਪ੍ਰੇਮ ਨਿਕਲ। ਉਹ ਭਲੇ ਪੁਰਸ਼ ਨੇ ਗੱਲ ਕਹੀ, ਕਹਿਣ ਲੱਗੇ ਧਰਤੀ ਤੇ ਲੋਕਾਂ ਨੇ ਦੇਵਤਿਆਂ ਦੀ ਪੂਜਾ ਬੰਦ ਕਰ, ਕੇਵਲ ਇਹਨੂੰ ਕਿਸੇ ਤੇ ਦਾਤ ਨਹੀਂ, ਕੇਵਲ ਸਮਝਣ ਵਾਸਤੇ ਇਹ ਗਾਥਾ ਇੱਕ ਵਿਦਵਾਨ ਪੁਰਸ਼ ਕਹਿੰਦੇ, ਕਹਿਣ ਲੱਗੇ ਦੇਵਤਿਆਂ ਦੀ ਪੂਜਾ ਲੋਕਾਂ ਨੇ ਨਾ ਲੈਣਾ, ਉਹਨਾਂ ਦੀ ਪੂਜਾ ਕਰਨੀ ਬੰਦ ਕੀਤੀ ਤੇ ਕਹਿਣ ਲੱਗੇ ਜੀ ਸਾਰੇ ਦੇਵਤਿਆਂ ਨੇ ਰਲ ਕੇ ਮੀਟਿੰਗ ਕਰ ਲਈ, ਸਲਾਹ ਕਰ, ਇੱਕ ਥਾਂ ਤੇ ਇਕੱਤਰ ਹੋਏ। ब्रह्मा जी भी आए, विष्णु भी आए, महेश भी आए, शिव जी भी आए, सारे देवते आए। उन्होंने कहा भी ये तो बड़ी हैरानगी की गल, धरती ते जिन्ने लोग ने पहला साडी पूजा करते सन, प्रतिष्ठा करते सन, हुण कोई साडी पूजा नहीं, कोई साडा सत्कार नहीं, कोई नाम नहीं ले। तां जी सारियां ने सलाह करके कहा भी किवें कीता जाए। चलो जी सलाह हुई, मुक्ति गल, कह लगे मशवरा हो गया। इंद्र देवते ने कहा भी तू इस तरह कर, 12 साल मीह ना पा, जदों काल पएगा तपश पएगी, फसल होएगी नहीं, लोकां दे मुख विच पाउण वास्ते दाना नहीं रहना, ते लोग त्रैणगे, लोग कल्पणगे, आपे फिर पूजा करनगे, चेता करनगे, जाप करनगे। चलो जी इंद्र देवते ने क्या फैसला ठीक है, पर मैनू पता किवें लगे भी 12 साल हो गए, मैं बेनती कह रहा नितनेम की, उन्हें क्या मैनू पता किवें लगे भी 12 साल हो गए हुण मीह पा दिया। ते कह लगे शिव जी की ड्यूटी लग गई भी शिव जी नूं क्या, शिव जी ने कहा भी 12 साल होण ते मैं शंख बजा दिया, कईयां डमरू कहा भी मैं शंख बजावांगा, जदों शंख बजाया ते तू मीह भरा दी, तू समझ ली भी 12 साल। हुण जी कह लगे सारे सलाह करके मशवरा करके घरों घरी चले गए आपो अपनी जगह। वो शिव जी ते पार्वती लंघदे पए सन, खेत विच एक जिमींदार बंदा हल वाहुंदा पिया। वो जिमींदार जदों हल वाहे तपश पैंदी सी ते पार्वती ने कहा शिवा एक काम करिए, ये जिमींदार आप भी तपश विच औखा हुंदा पे, नाले ये बलदां नूं जो रहा है, बलद भी परेशान ने, ते इहनूं ये गल आपां कह चलीए भी जमीन वाहुण दा कोई फायदा नहीं, बलदां नूं भी दुख देना बंद कर। 12 साल मीह ते पैणे नहीं, की लाहा भी असी फैसला करके आए। पहला शिव जी ने कहा भी ये काम तू कर, जब जिमींदार खेत विच तपश दा मारिया पहले ही वो अग दी घालना घालदा। चलो जी पार्वती ने जो बार बार कहा, शिव जी ने कहा भी चल तू कह दे समझा भी 12 साल मीह नहीं पैना, हल छड़ दे, बलदां नूं जोना छड़ दे, घर बह जा टेक के। जदों कह लगे जिमींदार नूं जाके पार्वती ने कहा भी जिमींदार बंदे इस पहली फसल नूं वाहुण दा, जमीन नूं जोड़न दा कोई फायदा नहीं, मीह नहीं पएगा, तेरे फसल बीजी नहीं जाएगी, अनाज होना कोई नहीं। जिमींदार ने अगों एक गल कही, कह लग्या भी मीह भावें 12 साल छड़ के 12 सदियां लगे, पर मैं जमीन वाहुणी जरूर है, इनू जोना है। उन्हें क्या क्यों, कह लग्या जे मैं जमीन ना वाही ते 4 दिनों बाद बंद ने ते सीधा तुरना बंद कर दे, ये तो मेरा कर्म है। हो सकता है कि इस तरह तुहाडे कहण ते जमीन ना वावां, कल मैं सीधा ओड़ा कटना, सीधा बल्द तोड़ना, सीधा ओड़ा कटना भुल जाऊं, मेरे बनियो मीह भावें 12 सदियां दा पे, पर मैं ये अपना कर्म है जिहड़ा जमीन वाहुण दा, ये कर्म त्यागना नहीं। पार्वती ने कह लगी शिव जी नूं, क्या शिव जी गल ते भी ठीक है,
ਵੀ ਇਸ ਤਰ੍ਹਾਂ ਤੇ ਜ਼ਮੀਨ ਨਾ ਬਾਈ ਤੇ ਕੱਲ ਬਲਦ ਸਿੱਧਾ ਨਹੀਂ ਤੁਰੇਗਾ, ਬਲਦ ਆਪਣਾ ਕਰਮ ਭੁੱਲ ਜਾਏਗਾ, ਜ਼ਿਮੀਂਦਾਰ ਆਪਣਾ ਕਰਮ ਭੁੱਲ ਜਾਏਗਾ। ਵੇਖ ਤੂੰ 12 ਸਾਲਾਂ ਦਾ ਪਰਨ ਕਰਿਆ ਹੈ, ਵੇਖੀ ਕਿਤੇ 12 ਸਾਲ ਸ਼ੰਖ ਨਾ ਵਜਾਇਆ, ਸ਼ੰਖ ਵਜਾਉਣਾ ਨਾ ਭੁੱਲ ਜਾ। ਉਹਨੇ ਕਿਹਾ ਤੂੰ ਸ਼ੰਖ ਵਜਾ। ਕਹਿ ਲੱਗੇ ਸ਼ਿਵ ਜੀ ਨੇ ਸ਼ੰਖ ਵਜਾਇਆ। ਇੰਦਰ ਦੇਵਤੇ ਨੇ ਸੋਚਿਆ 12 ਸਾਲ ਹੋ ਗਏ, ਮੀਂਹ ਵਰ ਪਿਆ। ਇਹ ਜਿਹੜੀ ਇਹ ਗਾਥਾ ਹੈ, ਇਹਦੇ ਵਿੱਚ ਕਿਹਾ ਗਿਆ ਵੀ ਕਰਮ ਜਿਹੜਾ ਹੈ ਬੰਦੇ ਦਾ, ਨੇਮ ਜਿਹੜਾ, ਉਹ ਬੰਦਾ ਨਿਤ ਨੇਮ ਨਾ ਤਿਆਗੇ। ਗੁਰੂ ਦੀ ਕਿਰਪਾ ਜਿਹੜੀ ਬਖਸ਼ਿਸ਼ ਹੈ, ਉਹ ਵਰਤਨੀ ਜਿਹੜੀ ਹੈ, ਇਹ ਗੁਰੂ ਜਾਣਦਾ। ਹੋ ਸਕਦਾ ਹੈ ਉਹ ਇੱਕ ਖਿੰਨ ਵਿੱਚ ਵਰਤ ਜਾਏ, ਪਰ ਸਿੱਖਾ ਤੇਰਾ ਕਰਮ ਹੈ ਕਿ ਤੂੰ ਆਪਣਾ ਨਿਤ ਨੇਮ ਕਦੀ ਨਾ ਤਿਆਗ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੇ ਸਿੱਖ ਨੂੰ ਕਿਹਾ, ਮਹਾਰਾਜ ਨੇ ਕਿਹਾ ਝੱਖੜ ਝਾਕੀ ਮੀਂਹੋਂ ਬਰਸੇ ਭੀ ਗੁਰ ਦੇਖਣ ਜਾਈ, ਸਮੁੰਦ ਸਾਗਰ ਹੋਵੇ ਕੋ ਖਾਰਾ, ਗੁਰ ਸਿੱਖ ਲੰਘ ਗੁਰੂ ਪੈ ਜਾਈ। ਵੈਸੇ ਤੇ ਸਿੱਖ ਨੂੰ ਮਹਾਰਾਜ ਨੇ ਬਾਣੀ ਵਿੱਚ ਇਹ ਤੋਂ ਤਾਕਿਆ, ਕਹਿ ਲੱਗੇ ਜੋ ਪ੍ਰਾਣੀ ਜਲ ਬਿਨ ਹੈ ਮਰਦਾ, ਸਿੱਖਾ ਤੇਰਾ ਨੇਮ ਤੇਰੀ ਪ੍ਰੀਤ ਦੇਵ ਜੀ ਚਾਹੀਦੀ। ਜੋ ਪ੍ਰਾਣੀ ਜਲ ਬਿਨ ਹੈ ਮਰਦਾ, ਤਿਉ ਸਿੱਖ ਗੁਰ ਬਿਨ ਮਰ ਜਾਈ। ਕਹਿ ਲੱਗੇ ਜਿਵੇਂ ਬੰਦਾ ਪਿਆਸਿਆ ਮਰ ਜਾਏ, ਤੂੰ ਆਪਣੇ ਅੰਦਰ ਇੰਨੀ ਪ੍ਰੀਤ ਪੈਦਾ ਕਰ ਕਿ ਤੂੰ ਗੁਰੂ ਦਾ ਨੇਮ ਛੱਡੇ, ਗੁਰੂ ਦਾ ਪੱਲਾ ਛੱਡੇ, ਤੈਨੂੰ ਇੰਜ ਭਾਸੇ ਕਿ ਤੇਰੀ ਮੌਤ ਹੋ ਗਈ। ਨੇਮ ਦੀ ਗੱਲ ਕਰਦੇ ਬਾਬੇ ਫਰੀਦ ਸਾਹਿਬ ਨੇ 2 ਸ਼ਲੋਕ ਕਹੇ। ਨੇਮ ਕੀ ਹੈ, ਉਹਨਾਂ ਦੇ 2 ਸ਼ਲੋਕ ਆਪਾਂ ਪੜ੍ਹਦੇ ਹਾਂ। ਪਹਿਲੇ ਵਿੱਚ ਉਹਨਾਂ ਕਿਹਾ, ਕਹਿ ਲੱਗੇ ਫਰੀਦਾ ਗਲੀਏ ਚਿੱਕੜ ਦੂਰ ਕਰ, ਨਾਲ ਪਿਆਰੇ ਨੇ ਚੱਲਾਂ ਤਾਂ ਭਿੱਜੈ ਕਮਲੀ, ਰਹਾਂ ਤਾਂ ਟੁੱਟੈ ਨੇ। ਹੁਣ ਇਹਦੇ ਅਰਥ ਨੇ ਜਿਹੜੇ, ਚਲੋ ਵਿਦਵਾਨਾਂ ਵੱਖ-ਵੱਖ ਕੀਤੇ। ਇੱਕ ਵਿਦਵਾਨ ਪੁਰਸ਼ ਇਹ ਕਹਿੰਦੇ ਕਿ ਗਲੀ ਵਿੱਚ ਮੀਂਹ ਵਰ ਗਿਆ, ਮੀਂਹ ਵਰਿਆ, ਗਲੀ ਵਿੱਚ ਚਿੱਕੜ ਹੋ ਗਿਆ। ਬਾਬੇ ਫਰੀਦ ਸਾਹਿਬ ਜੀ ਦੇ ਮੁਰਸ਼ਦ ਦਾ ਘਰ ਦੂਰ ਸੀ, ਤਾਂ ਉਹਨਾਂ ਕਿਹਾ, ਕਹਿਣ ਲੱਗੇ ਗਲੀਏ ਚਿੱਕੜ ਦੂਰ ਕਰ, ਨਾਲ ਪਿਆਰੇ ਨੇ, ਪਰ ਮੈਨੂੰ ਆਪਣੇ ਮੁਰਸ਼ਦ ਨਾਲ ਪਿਆਰੇ ਨਾਲ ਨੇਹ ਹੈ। ਚੱਲਾਂ ਤਾਂ ਭਿੱਜੈ ਕਮਲੀ, ਤੁਰਦਾ ਤੇ ਤਨ ਦਾ ਕੱਪੜਾ ਭਿੱਜਦਾ, ਰਾਹਾਂ ਤਾਂ ਟੁੱਟੈ ਨੇ, ਪਰ ਜੇ ਨਹੀਂ ਜਾਂਦਾ ਤੇ ਇੰਜ ਭਾਸਦਾ ਕਿਤੇ ਗੁਰੂ ਨਾਲ ਮੁਰਸ਼ਦ ਨਾਲ ਮੇਰੀ ਪ੍ਰੀਤ ਨਾ ਟੁੱਟ ਜਾਏ। ਪਰ ਇੱਕ ਪੱਖ ਇਹ ਵੀ ਕਿਹਾ, ਬਾਣੀ ਦੇ ਅਰਥ ਨੂੰ ਜਿਹੜੇ ਮੈਂ ਫਿਰ ਬੇਨਤੀ ਕਰਾਂ, ਇਹਨੂੰ ਕੋਈ ਬੰਦਾ ਆਪਣੀ ਸੁਰਤ ਕਰਕੇ ਬੰਨ ਨਹੀਂ ਸਕਦਾ ਵੀ ਜੋ ਸ਼ਬਦ ਮੈਂ ਕਿਹਾ ਉਹ ਅਖੀਰ ਹੈ, ਜਿਹੜਾ ਅਰਥ ਮੈਂ ਕਰ ਦਿੱਤਾ ਉਹ ਅਖੀਰ ਨਹੀਂ। ਮੈਂ ਆਪ ਜੀ ਨੂੰ ਅਰਥ ਕੀਤਾ ਸੀ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚੋਂ ਜਪਜੀ ਸਾਹਿਬ ਦੀ ਬਾਣੀ ਆਪਾਂ ਪਿੱਛੇ ਵਿਚਾਰੀ। ਉਸ ਪਾਵਨ ਬਾਣੀ ਦੇ ਅੱਜ ਵੱਖ-ਵੱਖ ਵਿਦਵਾਨਾਂ ਦੀ ਲਿਖਤ ਵਿੱਚ 100 ਟੀਕੇ ਵੱਧ ਹੋਣਗੇ, ਪਰ ਜੇ 100 ਕੋ ਟੀਕੇ 100 ਵਿਦਵਾਨਾਂ ਦੇ ਕੀਤੇ ਅਰਥ ਆਪ ਜੀ ਰੱਖੋ, ਇੱਕ ਦੂਜੇ ਦੇ ਅਰਥ ਮਿਲਦੇ। ਆਪ ਆਪਣੀ ਬੁੱਧ ਹੈ ਜੀਤੀ, ਵਰਨਤ ਭਿੰਨ ਭਿੰਨ ਤੋਹੇ ਤੇ। ਇਹ ਬਾਣੀ ਆਜ਼ਾਦ ਬੋਧ ਹੈ। ਮਹਾਰਾਜ ਨੇ ਕਿਹਾ, ਮੈਂ ਬੇਨਤੀ ਜਿਹੜੀ ਕਹਿਣ ਲੱਗੇ ਹੈ, ਇੱਕ ਵਿਦਵਾਨਾਂ ਇਹਦਾ ਅਰਥ ਕਰਦਿਆਂ ਕਿਹਾ, ਕਹਿਣ ਲੱਗੇ ਮਨੁੱਖ ਦੇ ਜੀਵਨ ਅੰਦਰ ਵਿਕਾਰਾਂ ਦਾ ਚਿੱਕੜ ਹੈ, ਵਿਕਾਰਾਂ ਦੇ ਚਿੱਕੜ ਨੂੰ ਪਾਰ ਕਰਕੇ ਬੰਦਾ ਪਰਮੇਸ਼ਵਰ ਦੇ ਦਰ ਪੁੱਜਦਾ ਹੈ। ਬਾਬਾ ਫਰੀਦ ਸਾਹਿਬ ਕਹਿ ਰਹੇ ਨੇ, ਬੰਦੇ ਕਾਮ ਕ੍ਰੋਧ ਲੋਭ ਮੋਹ ਅਹੰਕਾਰ, ਇਸ ਵਿਕਾਰਾਂ ਦੇ ਚਿੱਕੜ ਨੂੰ ਪਾਰ ਕਰ, ਫਿਰ ਪਰਤ ਕੇ ਤੈਨੂੰ ਮੁਰਸ਼ਦ ਦੀ ਪ੍ਰਾਪਤੀ ਹੋਈ। ਇਹ ਜੇ ਬਚਨ ਵਰਤਿਆ, ਫਰੀਦਾ ਖਲੀਏ ਚਿੱਕੜ ਦੂਰ ਕਰ, ਨਾਲ ਪਿਆਰੇ ਨੇ, ਚੱਲਾਂ ਤਾਂ ਭਿੱਜੈ ਕਮਲੀ, ਰਹਾਂ ਤਾਂ ਟੁੱਟੈ ਨੇ। ਪਰ ਨੇਮ ਕੀ ਹੈ? ਬਾਬੇ ਫਰੀਦ ਸਾਹਿਬ ਨੇ ਅਗਲਾ ਸ਼ਬਦ ਵਰਤਿਆ, ਉਹਨਾਂ ਕਿਹਾ ਭਿੱਜੋ ਸਿੱਜੋ ਕਮਲੀ, ਅੱਲੇ ਵਰਸੋਂ ਮੇ ਜਾਏ ਮਿਲਾਂ ਤਿਨਾ ਸੱਜਣਾ, ਟੁੱਟੈ ਨਾਹੀ ਨੇ। ਬਾਬੇ ਫਰੀਦ ਸਾਹਿਬ ਨੇ ਕਿਹਾ ਭਾਵੇਂ ਚਿੱਕੜ ਹੈ, ਮੇਰੇ ਤਨ ਦਾ ਕੱਪੜਾ ਭਿੱਜ ਜਾਏ, ਛਿੱਜ ਜਾਏ, ਪਰ ਕਹਿ ਲੱਗੇ ਮੈਂ ਮੁਰਸ਼ਦ ਕੋਲ ਜਾਵਾਂਗਾ ਜ਼ਰੂਰ, ਕਿਉਂਕਿ ਮੁਰਸ਼ਦ ਨਾਲ ਮੇਰਾ ਪਿਆਰ ਹੈ। ਇਹ ਨਾ ਹੋਵੇ ਮੇਰੇ ਮਾਲਕ ਨਾਲ, ਮੇਰੇ ਮੁਰਸ਼ਦ ਨਾਲ ਮੇਰਾ ਪਿਆਰ ਟੁੱਟ ਜਾਏ। ਇਹਨੂੰ ਕਿਹਾ ਨੇਮ।
सिख का भी कर्म है। सिख नूं नितनेम अंदर क्या ये जिहड़ी बाणी सोहला साहब अमृत वेले 5 बाणियां का नितनेम, शामां दे वक्त रहरास साहब का नितनेम ते सौण वेले महाराज ने सिख नूं क्या तू सोहले का नितनेम करके पैना। इस बाणी नूं वैसे गुटके साहिबां ते आपां पढ़ी ते उत्थे शब्द लिखिया हुंदे कीर्तन सोहला, पर गुरु ग्रंथ साहिब की बाणी विच इहदा जिहड़ा सरलेख है वो केवल सोहला है। सोहले के आखिरी अर्थ होंगे वैसे खुशी का गीत, जिमें असी दुनियावी तौर पर एक शब्द वरतते हैं। चलो एक तो गल पल्ले पेगी कि फलाना बंदा फलाने के बड़े सोहले गाउंदा है, उसका मतलब भी बड़े गीत गाउंदा है। ये सोहला शब्द एक तो सोहले का अर्थ है गीत, पर कीर्तन सोहला संगत क्यों कहती? गुरु ग्रंथ साहिब विच इहदा सरलेख सोहला ही है, पर कीर्तन सोहला इहनूं कहंदे ने कुछ विद्वान। कई ते कहंदे ने भी पुरातन समय जिहड़े सिख सन ना, वो संध्या वेले गुरु चरनां विच आउंदे सन, शामां दे वेले, तां उन्हां इतिहास की कथा सुननी। इतिहास की कथा तो बाद गुरबाणी का कीर्तन होना ते फिर समाप्ति ते सोहला साहिब का पाठ होना। तो उन्हें एक गल कहनी भी चलो गुरु घर चलिए, संगत करिए, उत्थे कथा सुनांगे, कीर्तन सुनांगे, फिर सोहला साहिब सुन के आ। वो कहते हैं इत्थों ही नाम पा दिता कीर्तन सोहला, भी गुरु घर जावांगे, महाराज के चरणों में बह के उत्थे आपां कथा भी सुनांगे, फिर कीर्तन होएगा ते सोहला पढ़ के सुन के आ। कई कहने का नाम का कीर्तन सोहला कहना शुरू कर देता, पर उनके का नाम बदल नहीं सकते। गुरु ग्रंथ साहिब विच नाम सोहला है, पर कईयां क्या भी इहदा नाम जय घर कीर्त आखी है। एक ते जिहड़ा शब्द आया ना बाणी विच कीर्त, रब की कीर्ति, रब का कीर्तन, इथों इहदा नाम संगत ने कीर्तन सोहला कहना शुरू कर। गुरु ग्रंथ साहिब की बाणी विच 12 अंग तो यह आरंभ होती। सोहला साहिब की बाणी के 5 शब्द आप जी को पता है भी इहदे विच 3 शब्द धन गुरु नानक साहब महाराज जी दी, एक शब्द सोहला साहिब की बाणी विच गुरु रामदास महाराज जी, ते एक अखीरला शब्द वो शहीदां दे सरताज धन गुरु अर्जन साहब महाराज जी। सोहला साहिब की बाणी विच 5 शब्द। सोहले का अर्थ खुशी का गीत है। एक जिहड़ी ये सोहला साहिब की बाणी है, महाराज ने सिख नूं सौण वेले कहा की पता कि दूसरे दिन का सूरज तू वेखे या ना वेखे, पर गुरु ने रहमत की कि बंदे तू सौण वेले सिखा उस परमेश्वर दे गुरु दे गुणां नूं गा के पई, जदों रब दे खुशी दे गीत गा के पएगा, चलो जे ओदा भाना वरत जाए, रब दे गुण गा के पएगा, तू रब दे घर प्रवाह ओदी कृपा वरती। जिन बाणी ने क्या अंत काल जो नारायण सिमरै, ऐसी चिंता मैं दे मरै, बालक त्रिलोचन ते नर मुक्ता पीतांबर वाकी हृदय। जे भावना वाले ने जिहड़े, मैं भी बेनती कह दिया, वो नितनेम ते करदे ने सोहला साहिब, जिन्हां दा अकीदा है गुरु, वो इत्थों तक भी कहते ने, कह लगे सिख सौण वेले सोहला साहिब का पाठ करके पे, बाणी पढ़ के पे। अद्धी तो बाद दुनिया कहती है गल कि सानू रात नूं चैन दी सुख दी नींद नहीं आउंदी। कोई कहता भयानक सुपने आउंदे, पर भावना वाले गुरसिख कहते ने सिख सोहला साहिब का पाठ करे, गुरु अगे अरदास करके पे, गुरु के सिख नूं बहुत चैन दी सुख दी आनंद दी नींद आउंदी है।
ਤੇ ਜਦੋਂ ਅਰਦਾਸ ਵਿੱਚ ਕਿਹਾ ਹੁੰਦਾ ਮਹਾਰਾਜ ਅੰਮ੍ਰਿਤ ਵੇਲਾ ਬਖਸ਼ੋ, ਗੁਰੂ ਕਿਰਪਾ ਕਰਕੇ ਸਿੱਖ ਦੀ ਝੋਲੀ ਵਿੱਚ ਅੰਮ੍ਰਿਤ ਵੇਲੇ ਦੀ ਦਾਤ ਸਤਿਗੁਰੂ ਰਹਿਮਤ ਕਰੇ, ਮਹਾਰਾਜ ਇਹਨੂੰ ਆਰੰਭ ਦੇ। ਅੱਜ ਦੇ ਦੋ ਬੰਦਿਆਂ ਨੂੰ ਆਪਾਂ ਵਿਚਾਰਨੇ। ਹਜ਼ੂਰ ਆਰੰਭ ਦੇ ਨੇ ਸੋਹਿਲਾ ਰਾਗ ਗੌੜੀ ਦੀਪਕੀ ਮਹੱਲਾ ਪਹਿਲਾ। ਹੁਣ ਇੱਥੇ ਦੋ ਰਾਗਾਂ ਦਾ ਜ਼ਿਕਰ ਕੀਤਾ। ਵੈਸੇ ਆਪ ਜੀ ਕਦੇ ਪੜੋ ਤਕਰੀਬਨ ਮਹਾਰਾਜ ਇੱਕ ਰਾਗ ਦਾ ਜ਼ਿਕਰ ਕਰਦੇ, ਇੱਥੇ 16 ਸ਼ਬਦ ਪਾ ਕੇ ਬਾਣੀ ਦਾ ਸਿਰਲੇਖ ਪਾ ਕੇ ਫਿਰ ਕਿਹਾ ਰਾਗ ਗੌੜੀ ਦੀਪਕੀ। ਦੋ ਰਾਗ ਇਹ ਗਾਉਣ ਵਾਲਿਆਂ ਨਾਲ ਸੰਬੰਧਿਤ ਹੈ, ਕੀਰਤਨ ਦੇ ਨਾਲ। ਜਦੋਂ ਇਸ ਸ਼ਬਦ ਨੂੰ ਗਾਉਣਾ, ਬਾਣੀ ਨੂੰ ਗਾਉਣਾ, ਮਹਾਰਾਜ ਕਹਿੰਦੇ ਦੋ ਰਾਗਾਂ ਦੇ ਸੁਮੇਲ ਵਿੱਚ ਗਏ। ਤੇ ਕੀਰਤਨ ਜਿਹੜੇ ਕਰਨ ਵਾਲੇ ਗੁਰਸਿੱਖ ਨੇ, ਵਿਦਵਤਾ ਵਾਲਿਆਂ ਨੂੰ, ਵਿਦਵਾਨ ਰਾਗੀ ਸਿੰਘਾਂ ਨੂੰ ਪਤਾ ਹੈ ਕਿ ਜਦੋਂ ਇੱਕ ਪਾਸੇ ਉਹਨਾਂ ਗੌੜੀ ਗਾਉਣੀ ਹੈ, ਇੱਕ ਪਾਸੇ ਉਹਨਾਂ ਦੀਪਕੀ ਦੀਆਂ ਸੁਰਾਂ ਲਾਉਣੀਆਂ, ਇਹਦੇ ਵਾਸਤੇ ਕਿੰਨੀ ਮਿਹਨਤ ਮਸ਼ੱਕਤ ਕਰਨਾ ਚਾਹੀਦੀ। ਅੱਜ ਤੇ ਸਾਥੋਂ ਰਾਗ ਖਿਸਕ ਗਿਆ, ਇਹਦੇ ਵਿੱਚ ਕੋਈ ਦੋ ਰਾਵਣ, ਪਰ ਮੈਨੂੰ ਗਾਥਾ ਬਹੁਤ ਚੰਗੀ ਲੱਗਦੀ। ਪ੍ਰਿੰਸੀਪਲ ਬਲਵੀਰ ਸਿੰਘ, ਭਾਈ ਵੀਰ ਸਿੰਘ ਜੀ ਦੇ ਛੋਟੇ ਭਰਾਤਾ ਨੇ। ਭਾਈ ਵੀਰ ਸਿੰਘ ਜੀ ਦੇ ਛੋਟੇ ਭਰਾਤਾ ਭਾਈ ਬਲਵੀਰ ਸਿੰਘ, ਉਸ ਵਿਦਵਾਨ ਨੇ ਇੱਕ ਪੁਸਤਕ ਲਿਖੀ ਜਿਹਦਾ ਨਾਮ ਹੈ ਲੰਮੀ ਨਜ਼ਰ। ਲੰਮੀ ਨਜ਼ਰ ਉਹਦੀ ਅਰੰਭਤਾ ਵਿੱਚ ਇੱਕ ਜ਼ਿਕਰ ਕਰਦੇ, ਕਹਿਣ ਲੱਗੇ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਬਗਦਾਦ ਦੀ ਧਰਤੀ ਤੇ। ਆਪਾਂ ਪੜ੍ਹਦੇ ਹਾਂ ਭਾਈ ਗੁਰਦਾਸ ਜੀ ਨੇ ਕਿਹਾ, ਫਿਰ ਬਾਬਾ ਗਿਆ ਬਗਦਾਦ ਨੂੰ ਬਾਹਰ ਜਾਏ ਕੀਆ ਅਸਥਾਨਾ, ਇੱਕ ਬਾਬਾ ਅਕਾਲ ਰੂਪ ਦੂਜਾ ਰਬਾਬੀ ਮਰਦਾ। ਪਰ ਉਹਨੇ ਲੰਮੀ ਨਜ਼ਰ ਵਿੱਚ ਇੱਕ ਗੱਲ ਲਿਖੀ, ਕਹਿਣ ਲੱਗੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਬਗਦਾਦ ਜਾਣ ਤੋਂ 1000 ਸਾਲ ਪਹਿਲਾਂ, 1000 ਸਾਲ ਪਹਿਲਾਂ ਬਗਦਾਦ ਦੀ ਧਰਤੀ ਤੇ ਇੱਕ ਰੱਬ ਦਾ ਫਕੀਰ ਬੰਦਾ ਰਹਿੰਦਾ, ਫਕੀਰ ਪੁਰਸ਼ ਜਿਹਦਾ ਨਾਮ ਉਹ ਲਿਖਦਾ ਆਬੂ ਨਾਸਰ। ਉਹ ਆਬੂ ਨਾਸਰ ਰਹਿੰਦਾ, ਪਰ ਉਹ ਰੱਬੀ ਗੁਣ ਗਾਉਣ ਵਾਲਾ। ਉਹ ਕਦੀ ਵੀ, ਉਹ ਲਿਖਦਾ ਵੀ ਲੋਕਾਂ ਦੇ ਘਰਾਂ ਵਿੱਚ ਨਹੀਂ ਜਾਂਦਾ, ਖਾਸ ਕਰ ਅਮੀਰ ਬੰਦਿਆਂ ਤੋਂ ਕਿਨਾਰਾ। ਪਰ ਕਹਿਣ ਲੱਗੇ ਬਗਦਾਦ ਦਾ ਇੱਕ ਅਮੀਰ ਬੰਦਾ, ਉਹ ਚਾਹੁੰਦਾ ਵੀ ਆਬੂ ਨਾਸਰ ਮੇਰੇ ਘਰ ਆਏ ਤੇ ਚਲੋ ਮੈਂ ਇਹਦੀ ਸੇਵਾ ਕਰ ਸਕਾਂ। ਇਹ ਰੱਬੀ ਗੁਣ ਗਾਉਣ ਵਾਲਾ, ਪਰਮਾਤਮਾ ਦੀ ਕੀਰਤੀ ਕਰਨ ਵਾਲਾ। ਉਹਨੇ ਕਈ ਵਾਰੀ ਯਤਨ ਕਰਨਾ ਅਮੀਰ ਬੰਦੇ ਨੇ, ਪਰ ਜਦੋਂ ਕਿਤੇ ਉਹਨੇ ਮਿਲਣਾ ਆਬੂ ਨਾਸਰ ਨੇ ਉਹ ਤੋਂ ਕਿਨਾਰਾ ਕਰਨਾ। ਇੱਕ ਦਿਨ ਕਹਿਣ ਲੱਗੇ ਇਸ ਤਰ੍ਹਾਂ ਦਾ ਸਮਾਂ ਬਣਿਆ, ਉਹ ਅਮੀਰ ਬੰਦੇ ਨੇ ਆਪਣੇ ਘਰ ਵਿੱਚ ਮਹਿਫਲ ਸਜਾਈ, ਉਹਦੇ ਰਿਸ਼ਤੇਦਾਰ ਦੋਸਤ ਮਿੱਤਰ ਆਏ, ਮਹਿਫਲ ਸਜਾਈ। ਤੇ ਅੱਜ ਆਬੂ ਨਾਸਰ ਫਕੀਰ ਦੇ ਮਨ ਵਿੱਚ ਮੌਜ ਆਈ। ਫਕੀਰ ਉਹਦੀ ਬਿਨ ਬੁਲਾਇਆ ਉਹਦੇ ਘਰ ਆ ਗਿਆ। ਅੱਗੇ ਬੁਲਾਉਂਦਾ ਸੀ, ਉਹ ਜਾਂਦਾ ਨਹੀਂ ਸੀ। ਅੱਜ ਉਹਨੇ ਬੁਲਾਇਆ ਨਹੀਂ, ਉਹਦੇ ਘਰ ਮਹਿਫਲ ਸਜੀ ਤੇ ਆਬੂ ਨਾਸਰ ਅੱਜ ਬਿਨ ਬੁਲਾਇਆ ਉਸ ਅਮੀਰ ਬੰਦੇ ਦੇ ਘਰ ਜਦੋਂ ਗਿਆ ਤੇ ਮਹਿਫਲ ਦੇ ਲੋਕਾਂ ਨੇ ਉਹਨੂੰ ਵੇਖਿਆ, ਸਾਧ ਮੁਰਾਦੇ ਕੱਪੜੇ, ਆਮ ਉਹਨਾਂ ਲੋਕਾਂ ਤਰ੍ਹਾਂ ਉਹ ਪਾਕ ਨਹੀਂ ਸੀ, ਸਾਫ਼ ਨਹੀਂ ਸੀ। ਮਹਿਫਲ ਦੇ ਲੋਕਾਂ ਨੇ ਉਸ ਫਕੀਰ ਦਾ ਮਜ਼ਾਕ ਉਡਾਇਆ। ਕਿਸੇ ਕਹਿ ਨੂੰ ਕਿਹਨੇ ਅੰਦਰ ਆਉਣ ਦੇ ਦਿੱਤਾ, ਕਿਸੇ ਕਿਸ ਢੰਗ ਨਾਲ ਮਜ਼ਾਕ ਉਡਾਇਆ। ਤੇ ਵੈਸੇ ਮੈਂ ਇੱਕ ਬੇਨਤੀ, ਬਹੁਤਾਤ ਦੁਨੀਆ ਦੀ ਇਹ ਗੱਲ ਹੈ, ਬਹੁਤੇ ਲੋਕ ਨੇ ਜਿਹੜਾ ਇੱਕ ਦੂਸਰੇ ਦਾ ਮਜ਼ਾਕ, ਕਿਸੇ ਦਾ ਨਾਂ ਲੈ ਕੇ, ਕਿਸੇ ਦੀ ਬੋਲੀ ਦੇਖ ਕੇ, ਕਿਸੇ ਦੀ ਚਾਲ ਢਾਲ ਵੇਖ ਕੇ, ਕਿਸੇ ਦੀ ਗਰੀਬੀ ਤੱਕ ਕੇ, ਕਿਸੇ ਦਾ ਰੰਗ ਰੂਪ ਤੱਕ ਕੇ ਉਹ ਮਜ਼ਾਕ ਉਡਾਉਂਦੇ। ਬਾਬੇ ਫਰੀਦ ਸਾਹਿਬ ਨੇ ਇੱਕ ਗੱਲ ਕਹੀ ਬਾਣੀ ਵਿੱਚ, ਕਬੀਰ ਸਾਹਿਬ ਨੇ, ਉਹਨਾਂ ਇੱਕ ਬਚਨ ਵਰਤਿਆ, ਕਹਿਣ ਲੱਗੇ ਕਬੀਰ ਗਰਭ ਨਾ ਕੀਜੀਏ ਰੰਗ ਨਾ ਹਸੀਐ ਕੋਈ। ਕਹਿਣ ਲੱਗੇ ਆਪਣੇ ਆਪ ਅੰਦਰ ਅਹੰਕਾਰ ਪੈਦਾ ਕਰਕੇ ਕਦੇ ਕਿਸੇ ਗਰੀਬ ਤੇ ਹੱਸਿਆ। ਵੇਖੋ ਬੰਦਾ
दूसरे ते उदों हसदा है जदों दूसरे नालों तन की कोई अंग ठीक नहीं, जां किसी का रंग रूप ठीक नहीं, विद्या के पक्ष तो जां उस बंदे को दुनियावी टके नहीं, बड़े तरह की गरीबी। बाबे कबीर साहब ने क्या, कबीर गर्व ना की है, रंग ना हसी है कोई, रंग का अर्थ है गरीब कंगाल, अपने आप को अहंकारी समझ के किसी गरीब ते हसना। बाबे ने क्या, अजो सो नाव समुंदर में, क्या जानो क्या होए, तेरी बेड़ी भी समुंदर विच, रब ही जानदे कल तेरी नाल पता नहीं की भाड़ा बरत। मैनू क्षमा करो, सच एवे जेड़ा बंदा किसी का मजाक बनाउंदा है, असलियत है रब कई बारी भाना बरताउंदा है, ओहदा बंदे का दुनिया सामने मजाक, कभी किसी का मजाक नहीं करना चाहिए। पर मैं तकिया भी बहुतात है दुनिया की, भी एक दूजे का मजाक उड़ा के खिल्ली उड़ाउणी हसना। खैर मैं बेनती कह लगे, महफिल अंदरों फकीर आया, महफिल के लोग मनमुख लोगों ने उस रब्बी पुरुष का फकीर बंदे का मजाक उड़ाया, और रब्बी बंदे ने प्रिंसीपल बलवीर सिंह कहते ने, उन्होंने जी अपने बगल विचों एक साध कढ़िया, वो साध कढ़ के सुरां लाइया, एक परदा बजाया, सुरां लाइया, उहदे विचों इन्ना को रस आया कि जेड़े लोग मजाक उड़ाउंदे सन, उहदे राग नूं सुन के सारे खुश हो के हसन लग, उहदी कला नूं भी हसदे पे सन। महफिल के लोग कह लगे, फकीर बंदे ने परदा बदले, राग बदले, सुर बदले, जेड़े हसदे पे सन उन्हां रोना शुरू कर दिया, क्योंकि उस राग की ओदी तासीर ऐसी सी, रोंदे पे ने। कह लगे, आबू नासर फकीर ने फिर एक परदा बदलिया, जेड़े रोंदे सन वो बिल्कुल कूक सौ गए, नींद आ गई उन्हें, ये रात की तसीर है अपनी। ते जदों सौ गए, एक कागज के टुकड़े ते आबू नासर ने कुछ शब्द लिखे, उन्हें क्या, ऐ अमीर बंदे, उसे इस तरह लिखे हिंदी भाषा में, तेरे घर आबू नासर फकीर आया, तुमने उसका मजाक उड़ाया, फकीर ने तुझे हंसाया, रुआया और परत के सुला के गला, वो कागज के टुकड़े ते रख के चलिया। मैं बेनती जी कह लगी, अगा जाके जी कुछ समय बाद उन्होंने अख खुली, तब उन्हें तकिया कागज के टुकड़े ते लिखे हुए शब्दां नूं पढ़े कि फकीर आया, तुझे हंसाया, रुआया, परत के सुला के चलिया गया। हुण अगली गल जिहड़ी भाई बलवीर सिंह लम्मी नजर विच कहंदे ने, वो कह लगे, 1000 साल पहला बगदाद गुरु नानक साहब जान तो पहला आबू नासर फकीर रहिंदा है, जेड़ा इन्नी समर्था रखता है कि लोकां नूं भूख सुआ दिंदा है। 1000 साल बाद जदों बाबे मरदाने दी लबाब बजी, गुरु नानक साहब ने गाया, जेड़े लोग सदियां दे उन्हें शब्द वरते, गफलत दी माया दी दुनिया दी तमाशे विच बिल्कुल कूक सुते पे सन। जदों गुरु नानक साहब ने राग विच गाया, बाबे मरदाने ने राग बजाया, कह लगे, सदियां तो सुते लोगों को गुरु नानक साहब ने अंदरों जगा दिता, उन्हों का अंतर आत्मा जगा दी। इन महाराज ने राग, राग की है ये सूझ वाले पता है। महाराज ने क्या, राग गौड़ी दीपकी महला पहला, 2 रागां विच महाराज ने क्या कह लगे, ये राग गौड़ी ते दीपकी विच इनू गाउणा है। महला पहला पहले पातशाह जी का वचन है। अगे फिर महाराज ने क्या, एक ओंकार सतगुर प्रसाद, परमात्मा एक है, जेड़ा सतगुर प्रसाद गुरु की कृपा नाल मिलता है।
एक बेनती मैं फिर कह दिया, गुरु ग्रंथ साहब की बाणी आप जी पढ़ो। महाराज ने जो एक शब्द वरत्या उदो ईड़ी सिहारी कर्ता मुक्ता भी एक लिखिया। जदों एक वरत्या उदो ईड़ी सिहारी करके सिहारी एक शब्द भी वरते। जदों एक लिखिया महाराज ने ईड़ी सिहारी करके औंकड़ भी एक शब्द वरते है। पर महाराज ने एक ओंकार लिखन लगिया गिनती का एक पाया। महाराज ने कहा एक कृपा की गुरु साहब ने, इनू कोई बदल नहीं सकता। ठीक है वखरिया वखरिया भाषावां विच जिवें कोई इनू यक शब्द कहेगा फारसी विच, कोई इनू बदल लगिया इंग्लिश विच ONE वन कह सकता है, वन का अर्थ भी करेगा। कोई इनू एकम कह सकता है, पर एक शब्द जिहड़ा गिनती का इहदा अर्थ कभी नहीं बदले। महाराज ने यह रहमत लिखी, नहीं तो हो सकता सी जिवें कई बारी चुंद ज्ञानी बंदे अर्थां नूं बदल फेर करके घुमा के उन्होंने इनू डिवाइड कर देंगे, बदल देंगे। जिवें पहला कहा जाता सी ओम नूं भी एक ब्रह्मा है पैदा करने वाला, विष्णु पालन वाला, शिवजी मारने वाला। महाराज ने क्या नहीं, परमात्मा एक ही है, एक ओंकार परमात्मा एक है, एक रस है, हर क्या व्यापक है। सतगुर प्रसाद जेड़ा महाराज कह लगे गुरु की कृपा के नाल मिलता है। अगे महाराज ने वचन वरते 16 साहिब की आरंभता महाराज कहते जय घर कीरत आखी है। यह वचन तुहानू सब नूं चेता, जय घर कीरत आखी है करते का हुए विचारो। बब्बे बिहारी ला के पाठ करने विचारो। महाराज कह लगे जय घर कीरत आखी है। जय का अर्थ जिस घर विच, कीरत का अर्थ रब की सिफतो सलाह, रब का कीर्तन, रब की बंदगी। कह लगे जिस घर विच रब की कीर्ति है, रब की सिफतो सलाह है, करते का हुए विचारो। करते का हुए विचारो का अर्थ जिस घर विच करतार वाहिगुरु करता पुरख है जिहड़ा उहदे घर की विचार। चित कर गावो सोहला। चित घर का अर्थ उस घर विच गावो सोहला। सिखा तू भी बह के उस घर विच खुशी का गीत गा। हुण पर यह पहले जिहड़ा शब्द है जय घर, केड़ा घर? इत्थे घर का अर्थ हिरदा भी नहीं। उंज बाणी विच घर का अर्थ हिरदा भी आया। घर का अर्थ चार दीवारी जिस घर विच आपां रहिंदे इस दा भी जिक्र कीता है। पर इत्थे महाराज ने घर का अर्थ कीता है सत संगत घर, जिथे सिख रल के बहिंदे, संगत बहिंदी। महाराज ने कहा जय घर कीरत आखी है जिस सत संगत घर विच बैठ के रब की कीर्ति, रब की सिफतो सलाह की जाती है। करते का हुए विचारों ते उस करतार पुरख वाहिगुरु के घर की विचार की जाती है। महाराज कहते सिखा तित कर गावो सोहला। तू उस सत संगत घर विच बह के रब की सिफतो सलाह के गीत गाया। तित कर गावो सोहला। किदे सोहले गा? सिमरहो सिरजनहारो। ओनू सिमर सिरजनहारो जिस मालक ने सब कुछ सिरजिया। हुण पहलियां दो तुकां दे अर्थ ने महाराज कह लगे जिस सत संगत घर विच बह के गुरसिख जन, भगत जन, गुरमुख जन रब की सिफत करते ने। एक कर्म तू भी कर बंदे उस घर विच बह के उस सिरजनहार परमात्मा वाहिगुरु के गीत, उस मालक के खुशी के गीतां नूं गाया, उहदी सिफत करया। महाराज जी ने अगे कहा, कह लगे तुम गावो मेरे निर्भव का सोहला।
तुम गावो का अर्थ भाई तुसी गाओ मेरे निरभव का सोहला। मेरा जिहड़ा निरभव परमात्मा है जिन्हों किसी का भय नहीं, तुसी रल मिल के बह के उस मालक दे गीत गाओ, उस मालक की सिफत करो। गुरु ग्रंथ साहिब की बाणी में वचन आउंदा है, महाराज ने क्या तित जाए बहु हो सत संगति, जिथे हर का हर नाम बिलोई है। कह लगे उस थान ते बहु जाके जिथे सिख रल के परमेश्वर के नाम नूं बिलोंदे ने, रिड़कदे ने, गाउंदे। हजूर ने क्या तुम गावो मेरे निरभव का सोहला। हो बारी जित सोहल है सदा सुख होए। कह लगे मैं कुर्बान जाना। गुरु नानक साहब कहते हो बारी जित सोहल है, जिस शब्द तो जिस गीत तो सदा सुख होए, बंदे अंदर सदा सुख पैदा हो। मारे कहने में इस उस शब्द तो, उस कीर्ति तो, उस गीत तो कुर्बान कर। गुरु ग्रंथ साहब ने एक वचन किया है, गुरु अर्जन देव जी का वचन आउंदा है बाणी में, हर बंदा सुख भालदा, इहदे विच कोई दो रामा जां क्यों कह लो बंदा हर कर्म, चोर बंदा भी चोरी तां करदा है कि मैनू सुख मिलदा। सच्ची गल है, हर बंदा सुख भालदा। महाराज ने बाणी विच भी कहा है, महाराज कहते सुख को मांगे सब को दुख न मांगे। आज तक दुख किने मंगया, जिहड़ा मंगदा सुख ही मांगदा। पर महाराज ने बाणी में एक वचन वरत्या, गुरु अर्जन साहब ने कह लगे बंदा कई बार सोचता है बहुता धन इकट्ठा कर लो शायद सुख मिल जाए। गुरु अर्जन साहब ने क्या नहीं, कले धन विचों तेनों कभी सुख नहीं मिले। दूसरा वचन वरत्या, कह लगे कई बार बंदा सोचता है भी आ नृतकारियां, नाटक, चेटक, रंग तमाशे, दिन रात इन्हां नूं अखां नाल तमाशे नूं, नृतकारियां नूं, नाच गान नूं वेखी जावां, शायद इहदे विचों सुख मिल जाए। गुरु अर्जन साहब ने कहा तेनों नाटक, चेटक, नृतकारियां विचों कदी सुख नहीं मिलदा। बंदा वैसे कर्म करदा है, आम आपां घरां विच वेखदे, चलो टीवी ला लो, कोई देख लो रंग तमाशा, नाटक, चेटक, पर महाराज ने क्या नहीं, थोड़ी चिरी है, ठीक है तेरियां अखां नूं भुलेखा पै गया, मन तेरा कुछ समा बतीत गया पर सदीवी नहीं। महाराज ने तीसरी गल कही, कह लगे कई बार बंदा सोचता है भी शायद किते मेरा हुक्म चल, पिंड के लोग पिंड का चौधरी बन जावां, ना कुछ इलाके के पिंड मेरे अधीन आ जान, मेरा राज चले, हुक्म चले, शायद का सुख मिल सके। महाराज ने क्या नहीं, सुख तेनों इस ढंग नाल भी नहीं। हुण तीन गल्लां कह के, ना तेनों धन विचों सुख मिलदा, ना तेनों महाराज कहंदे नृतकारियां, नाटक, चेटक विचों सुख मिलदा, ना गुरु अर्जन साहब कहंदे तेनों बहुत देशां ते राज करके हुक्म चला के सुख मिलते। फिर पूछा महाराज सुख मिलेगा कि नहीं? गुरु अर्जन साहब जी ने बाणी में कहा, कह लगे सुख नाही बहुत है धन खाटे, सुख नाही पेखे निरत नाटे, सुख नाही बहुत देश कमाए, मारे कहते सर्व सुखा हर हर, गुण गाए सारे सुख महाराज कहते परमेश्वर के नाम दे। जिन्हों महाराज ने किया जो सुख को चाहे सदा शरण राम की ले। महाराज कहने लगे सदीवी सुख चाहना ते तू गुरु की शरण ले, परमात्मा की टेक। जिन बाणी में क्या सतगुर आयो शरण तुहारी, मिले सुख नाम हर शोभा, चिंता लाहे हमारी। जदों कोई गुरु की शरण में आउंदा है महाराज कहते सुख मिल जाए, उसकी चिंता दूर हो जाए। इन महाराज बाणी विच कह लगे तुम गावो मेरे निरभव का सोहला। भाई तुसी उस परमात्मा निरभव है जिहड़ा
उस मालक दे गीत गाओ, उहदी कीर्ति करो। हौ बारी मारे कहते मैं कुर्बान जाना, जित सोह लै उस गीत तो, उस शब्द तो, उस कीर्तन तो सदा सुख होए, जिन्हों गाउन दे नाल तेरे अंदर सदीवी सुख पैदा। अगे क्या रहा हो मारे कहते नित नित जीड़े संभालियन, देखैगा देवनहा। इस पाठ का जरूर ख्याल रखियो, देखैगा, क्योंकि पहले ददे नूं लां फिर कखे दुलामा गगे कन्ना। मारे कहते नित नित जीड़े संभालियन, ओ परमात्मा दे गुणां नूं गाओ जिहड़ा नित जीवां नूं संभालदा है। नित नित जीड़े संभालियन, कला संभालदा नहीं, देखैगा देखदा है, देवनहार ते फिर वो जीवां दी झोली विच दात भी पाउंदा। गुरु ग्रंथ साहिब ने एक गल कही है बाणी, इत्थे ते भी बंदे आप जी ने सुने जां पढ़े होणगे, जिहड़े कहंदे ने असीं मंगते नहीं। इत्थों तक शब्द वरते असीं रब ते भी मंगते नहीं। हैरानगी की गल गुरु ग्रंथ साहिब की हजूरी में बह के कह रहे हैं, महाराज ने कहा इत्थे कोई भी नहीं जिहड़ा दाता सारी मंगती, सारी भिखारी। हालांकि ये जिहड़े शब्द ने थोड़ी चिर बंदा कहंदा मैं मंगता नहीं, मैं रब दा मंगता नहीं, वही बंदा फिर कई तरीके वरत के ते परत के दो शब्द चेता रखे। एक है जी ढाल, ढाल शब्द वरतने, ते एक है तलवार, दो शब्द ने। एक बंदा सीधा वट के कहते तलवार मैनू आ चाहिए दे बिना नहीं सकता, एक बंदा जी शब्दां की हेरा फेरी करके ढाल वरत ली, आसरा ले ली। दो ही तरीके। मैं बेनती जी कह लगी है, गुरु ग्रंथ साहब ने इस गल नूं किया, महाराज कहते इत्थे दाता कोई नहीं, सारा संसार ही मंगतियां ते भिखारियां। गल वखरी है, कोई बंदा कीमती कपड़े पा के मांग रहा, कोई बंदा बेचारा पाटे कपड़े पा के मांग रहा, पर महाराज ने बाणी में क्या जगत भिखारी फिरत है सबको दाता राम। हुण सबको शब्द कह रहा, सारियां दा दाता राम, सारियां दा दाता परमात्मा है। जगत भिखारी फिरत है सबको दाता राम, कहो नानक मन सिमरते पूर्ण होवे, काम महाराज के लगे उस दातार नूं चेता करे। इत्थे महाराज ने क्या नित नित जीड़े संभालियन, रब नित जीवां नूं संभालदा है। देखैगा देवनहार, मारे कहंदे को केवल संभालदा नहीं, देखदा पिया अपने जीवां नूं। फिर देवनहार का अर्थ उन्हां दी झोली विच दात भी पा, वो दातार है। अगे महाराज ने वचन वरते, तेरे दाने कीमत ना पवे, तेरे दिते हुए दान की कोई कभी कीमत नहीं पा सकता। कीमत ते दूर ना जाओ जी, बंदा कभी ख्याल ही कर ले, साडा शरीर है, किसी बंदे ने मुल नहीं खरीदी, रब की दात है। हुण इस शरीर के किन्ने कीमती अंग ने। मैं कई बार मन में सोचना, बाजार में सुई तो लैके जहाज मिलता, खरीदारी दे भाव निक्की तो लैके बड़ी चीज मिलती पई। अज तक तुसी दसो किसी बंदे ने अंगां की दुकान लाई खुलेआम सरेआम, किसे क्या हो भी जिन्हों अख की लोड़ है अख लै जाओ इतों, ते बहुत सस्ते मुल ते लै जाओ। जिस किसी के दंद नहीं वो दंद लै जाओ, जिस किसी की लत नहीं, बाह नहीं, हाथ नहीं, किसी का गुर्दा नहीं, अंदर का दिल नहीं, कोई भी शरीर का पार्ट नहीं, लै जाओ, शरिया कभी नहीं बिकता। ते यकीन जानो, रब ना करे पर किसी बंदे नूं किते कोई अंग लेना पै जाए, बंदे की सारी उम्र की कमाई कई बारी एक अंग खरीदण में चली जाती, वो भी वक्त लगाउण वास्ते। जिहड़ा रब ने दिता उहदी ते रीस जां उहदी बराबरी ते होएगी। इहनूं महाराज ने कहा, मालक तेरे दिते दान की कोई कीमत नहीं। गल वखरी, बंदा बेशुकरा बहुत है।
महाराज ने क्या तेरे दाने कीमत ना पवे, तेरी दित्ती दात की कभी कोई कीमत नहीं पा सकता। ते बाकी जड़ियां दातां ने रब ने दित्तियां, जिन्हों जपजी साहिब विच किहा सी दाती रुत्ती थिती बार पवन पानी अग्नि पाताल, आ जिहड़ा रब ने पवन पानी आदि सानू बख्शिश विच दिता, महाराज ने क्या तेरी दात की कोई कीमत नहीं, तेरे दाने कीमत ना पवे। अगे क्या तिस दाते कब्र सुमार, सुमार का अर्थ अंत, मालक तेरी दित्ती दात का कोई अंत नहीं पा सकता। इस दाते ते दातार मालका कब्र सुमार तेरा की किसी ने अंत पा दे, तेरा किने अंत पाने, तेरी ते दित्ती दात का कोई अंत नहीं पा सकता। जिन्हों गुरु ग्रंथ साहिब जी की बाणी ने किया, एक वचन आप पढ़ते हैं बहुतात बार, कौन तराजी कवन तुला तेरा कवन सराह बुलावा, कौन गुरु कह पै दीखिया लेवा कह पै मुल करा। हुण इहदे अर्थ पढ़ के देखो, कौन तराजी महाराज केड़ी तकड़ी है, कवन तुला, तुला का अर्थ बड़ा, वो केड़ा बड़ा है, कौन तराजी कवन तुला तेरा कवन सराह बुलावा, सराह का अर्थ व्यापारी मैं केड़ा व्यापारी बुलावा, तेन तकड़ी विच पा के एक पासे बट्टा पा के तेन तोलना, तेरा मुल पाउणा। कौन तराजी केड़ी तकड़ी है, कवन तुला केड़ा बट्टा है, कवन सराफ बुलावा केड़ा व्यापारी बुलावा, तेरा परख कर दे इन्ने मुल दे। अगे महाराज ने कहा कौन तराजी कवन तुला तेरा कवन सराफ बुलावा, कौन गुरु के पै दीखिया लेवा कह पे मुल करावा, केड़े तो ये सिक्ख्या लवा तेरा मुल पा सका। अगे गुरु नानक साहब ने आप भी किया, महाराज कहते मेरे लाल जियो तेरा अंत न जाना, तेरे दाने कीमत ना पवे, तिस दाते कवन सुमार, मेरे लाल जियो तेरा अंत न जाना, तेरा किने अंत पाउणे, तू जल थल मैयल भरपुर लीना, तू आपे सर्व समाना, तू जल थल घट घट विच वसदा है, मालका तेरा कदी कोई अंत पा ही नहीं सकता। इनू महाराज ने क्या कह लगे, तिस दाते कवन सुमार, तेरी दात का अंत नहीं, मालका तेरा किसे की अंत पाउना। ये सोहला साहब की पावन बाणी का पहले शब्द के दो पदे आप विचारे ने, चार बंद ने, चार पदे ने। कल महाराज ने कह संबत साहा लिखिया, मिलकर पावो तेल, सतगुरु कृपा करे गुरमुखो। असी अपने जीवन अंदर बाणी पढ़ के विचार के ये अमल करिए, फिर साडा जीवन लोक सुखीए परलोक सुहेले, नानक हर प्रभ आपे मेले हो जाएगा। अज इनियां को बेनतियां प्रवान करियो, भुल चुक दी खिमा जी, रल मिल फतेह की सांझ पाओ। आखो जी वाहिगुरु जी का खालसा, वाहिगुरु जी की फतेह। वाहिगुरु साहिब जी राम कली महला तीजा। आनंद को ओंकार सतगुर प्रसाद, आनंद पया मेरी माए, सतगुरु मैं पाया, सतगुर तो पाया सहसे की। मन वदियां वाधाइयां राग रतन परवार भरियां, शब्द गावने आइयां शब्दों गावो हरि केरा मन जी बसाया। कह नानक आनंद हुआ सतगुरु मैं पाया, ए मन मेरे तू सदा रहो हर नाले, हर नाल रहो तू मन मेरे, दुख सब विसारना। अंगीकार हो करे तेरा कारज, सब सवारना सबना गला समरथ स्वामी, सो क्यों मनो विसारे। कह नानक मन मेरे सदा रहो हर नाले, साचे साहिबा क्या नाही कर तेरे। घर तेरे सब किछ है, जिस देह सो पावे, सदा सिफत सलाह तेरी ना मन बसावे। नाम दिन के मन बसिया, वाजे शब्द कनेजे, कह नानक सच्चे साहिब क्या नाही कर तेरे।
ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ ਦਿਨ ਖਾਂ ਸਭ ਗਵਾਈਆਂ ਕਰ ਸ਼ਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆਂ। ਸਦਾ ਕੁਰਬਾਨ ਕੀਤਾ ਗੁਰੂ ਵਿਟੋ ਜਿਸ ਦੀਆਂ ਇਹ ਵਡਿਆਈਆਂ। ਕਹਿ ਨਾਨਕ ਸੁਨੋ ਸੰਤੋ ਸ਼ਬਦ ਰੂਪੇ ਆਰੋ, ਸਾਚਾ ਨਾਮ ਮੇਰਾ ਆਧਾਰੋ। ਵਾਜੇ ਪੰਜ ਸ਼ਬਦ ਤਿਤ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰ ਧਾਰਿਆ। ਪੰਜ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ। ਤੁਰ ਕਰਮ ਪਾਇਆ ਤੁਧ ਜਿਨ ਕਉ ਸੇ ਨਾਮ ਹਰਿ ਕੈ ਲਾਗੇ। ਕਹਿ ਨਾਨਕ ਤਹਿ ਸੁਖ ਹੋਆ ਤਿਤ ਘਰ ਅਨਹਦ ਵਾਜੇ। ਆਨੰਦ ਸੁਨੋ ਬੜ ਭਾਗੀ ਹੋ ਸਗਲ ਮਨੋਰਥ ਪੂਰੇ। ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਿਸੂਰੇ। ਦੁਖ ਦੋਖ ਸੰਤਾਪ ਉਤਰੇ ਸੁਣੀ ਸੱਚੀ ਬਾਣੀ। ਸੰਤ ਸਾਧਨ ਪਏ ਸਰਸੇ ਪੂਰੇ ਗੁਰ ਤੇ ਜਾਣੀ। ਸੁਣਤੇ ਪੁਨੀਤ ਕਹਿਤੇ ਪਵਿੱਤ ਸਤਿਗੁਰ ਰਹਿਆ ਪਰ ਪੂਰੇ। ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਦੂਰੇ। ਸੁਣਤੇ ਪੁਨੀਤ ਕਹਿਤੇ ਪਵਿੱਤ ਸਤਿਗੁਰ ਰਹਿਆ ਪਰ ਪੂਰੇ। ਬਿਨਵੰਤ ਨਾਨਕ ਗੁਰ ਚਰਨ ਲਾਗੇ